ਸਤਿ ਸ਼੍ਰੀ ਅਕਾਲ। ਵੌਇਸ ਆਫ ਪੰਜ ਆਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਬਰਸਾਰ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ। ਸਤਿ ਸ਼੍ਰੀ ਅਕਾਲ ਤੇ ਮੈਂ ਰਾਜਵਿੰਦਰ ਕੌਰ। ਔਰ ਪ੍ਰੋਗਰਾਮ ਖਬਰਸਾਰ ਦੇ ਵਿੱਚ ਅਸੀਂ ਹਰ ਉਹ ਖਬਰ ਦੀ ਚਰਚਾ ਕਰਦੇ ਹਾਂ ਜਿਹੜੀ ਦੋ ਤਿੰਨ ਅਖਬਾਰਾਂ ਜਿਵੇਂ ਜਿਹੜੇ ਪੰਜਾਬੀ ਟ੍ਰਿਬਿਊਨ ਦੀ ਗੱਲ ਕਰ ਲਈਏ, ਅਜੀਤ ਦੀ ਗੱਲ ਕਰ ਲਈਏ, ਜਗਬਾਣੀ ਦੀ ਗੱਲ ਕਰ ਲਈਏ, ਉਹਨਾਂ ਦੇ ਪਹਿਲੇ ਪੇਜ ਤੇ ਛਪੀ ਹੁੰਦੀ ਹੈ, ਪ੍ਰਮੁੱਖ ਹੁੰਦੀ ਹੈ, ਜਿਹਦੇ ਤੇ ਚਰਚਾ ਕਰਨੀ ਬਣਦੀ ਹੈ। ਤੇ ਅੱਜ ਪ੍ਰਦੀਪ ਪਹਿਲੀ ਕਿਹੜੀ ਉਹ ਖਬਰ ਹੈ ਜਿਹਦੇ ਤੇ ਆਪਾਂ ਚਰਚਾ ਸ਼ੁਰੂ ਕਰਾਂਗੇ? ਜੀ ਬਿਲਕੁਲ ਰਾਜਵਿੰਦਰ, ਜਿਹੜੀ ਹੈ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਦੇ ਹਾਂ, ਜਿਸ ਦੀ ਪਹਿਲੀ ਖਬਰ ਆੜਤੀਆਂ ਰਾਹੀਂ ਅਦਾਇਗੀ ਤੋਂ ਕੇਂਦਰ ਦੀ ਜਿਹੜੀ ਹੈ ਨਾ ਹੋਈ ਹੈ। ਇਹ ਜਿਹੜੀ ਖਬਰ ਹੈ ਉਹ ਸਭ ਤੋਂ ਪਹਿਲੇ ਜਿਹੜੇ ਪੰਨੇ ਤੇ ਕਹਿ ਲਓ ਕਿ ਛਪੀ ਹੋਈ ਹੈ। ਔਰ ਦੇਖੋ ਪ੍ਰਦੀਪ, ਜਿੱਥੇ ਕਣਕ ਦੀ ਅਦਾਇਗੀ ਨੂੰ ਲੈ ਕੇ ਆਪਾਂ ਦੇਖਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਰੇੜਕਾ ਇਹ ਚੱਲਿਆ ਆ ਰਿਹਾ, ਜਿਹਦੇ ਦੇ ਵਿੱਚ ਆੜਤੀ ਮੰਗ ਕਰ ਰਹੇ ਆ ਕਿ ਜਿਹੜੀ ਅਦਾਇਗੀ ਆ ਉਹਨਾਂ ਦੇ ਦੁਆਰਾ ਕੀਤੀ ਜਾਵੇ, ਹਨਾ। ਪੰਜਾਬ ਸਰਕਾਰ ਵੀ ਈਵਨ ਕਿ ਕੇਂਦਰ ਲਈ ਈਵਨ ਕਿ ਉਹਨਾਂ ਦੀ ਮੀਟਿੰਗ ਵੀ ਹੋਈ ਆ, ਉਹ ਵੀ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਜਿਹੜੀ ਅਦਾਇਗੀ ਆ ਆੜਤੀਆਂ ਰਾਹੀਂ ਕੀਤੀ ਜਾਵੇ। ਪਰ ਕੇਂਦਰ ਸਰਕਾਰ ਇਸ ਕਰਕੇ ਆਪਣੀ ਜਿੱਦ ਤੇ ਅੜੀ ਹੋਈ ਹੈ ਕਿਉਂਕਿ ਹੋਰ ਕਈ ਸੂਬਿਆਂ ਦੇ ਵਿੱਚ ਜਿਹੜੀ ਸਿੱਧੀ ਅਦਾਇਗੀ ਆ ਉਹ ਸ਼ੁਰੂ ਹੋ ਗਈ ਹੈ। ਤੇ ਉਹਨਾਂ ਨੇ ਕਿਹਾ ਕਿ ਇਕੱਲੇ ਪੰਜਾਬ ਨੂੰ ਕਿਸ ਤਰ੍ਹਾਂ ਅਲੱਗ ਕੀਤਾ ਜਾ ਸਕਦਾ, ਹਨਾ। ਅਗਰ ਇਹ ਸਿੱਧੀ ਅਦਾਇਗੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਊਗੀ, ਤਾਂ ਇਹਦੇ ਵਿੱਚ ਜਿਹੜੇ ਵੱਡੇ ਕਾਸ਼ਤਕਾਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਤਾਂ ਉਹਨਾਂ ਲਈ ਸਹੀ ਰਹੂਗਾ ਕਿਉਂਕਿ ਸਿੱਧਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਆ ਜਾਊਗੀ। ਜਿਹੜੇ ਛੋਟੇ ਕਾਸ਼ਤਕਾਰ ਹੈ ਜਿਵੇਂ ਜ਼ਮੀਨ ਠੇਕੇ ਤੇ ਲੈ ਕੇ ਕੰਮ ਕਰਦੇ ਆ, ਤਾਂ ਉਹਨਾਂ ਲਈ ਕਿਤੇ ਨਾ ਕਿਤੇ ਇਹ ਚੀਜ਼ ਸਮੱਸਿਆ ਪੈਦਾ ਕਰੂਗੀ ਕਿਉਂਕਿ ਉਹ ਜਦੋਂ ਉਹਨਾਂ ਨੇ ਕੋਈ ਵੀ ਕੰਮ ਕਰਨਾ ਹੁੰਦਾ ਖੇਤੀ ਦਾ ਤਾਂ ਆੜਤੀਆਂ ਤੋਂ ਪੈਸੇ ਲੈ ਲੈਂਦੇ ਆ, ਤੇ ਜਦੋਂ ਜ਼ਮੀਨ ਉਹਨਾਂ ਨੂੰ ਲੱਗਦਾ ਹੈ ਕਿ ਫਸਲ ਦੀ ਜਦੋਂ ਕਟਾਈ ਲੈ ਕੇ ਫਸਲ ਨੂੰ ਵੇਚਦੇ ਆ ਤਾਂ ਆੜਤੀ ਉਹ ਪੈਸੇ ਕੱਟ ਲੂਗਾ। ਪਰ ਇੱਥੇ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਅਦਾਇਗੀ ਸਿੱਧੀ ਉਹਨਾਂ ਦੇ ਖਾਤਿਆਂ ਦੇ ਵਿੱਚ ਹੋ ਜੂਗੀ ਤਾਂ ਆੜਤੀਆਂ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦੇਣਾ। ਇੱਕ ਜਿਹੜਾ ਜੱਟ ਤੇ ਆੜਤੀ ਦਾ ਰਿਸ਼ਤਾ ਸੀਗਾ ਉਹ ਖਤਮ ਹੋ ਜਾਊਗਾ। ਬਿਲਕੁਲ। ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਜਮਾਬੰਦੀ ਦੀ ਗੱਲ ਕੀਤੀ ਸੀਗੀ ਸਿੱਧੀ ਅਦਾਇਗੀ ਰਾਹੀਂ ਕਿ ਜਮਾਬੰਦੀ ਹੈ ਜਿਹੜੀ ਮਾਲਕ ਦੀ ਦਿੱਤੀ ਜਾਊਗੀ, ਫਿਰ ਉਹ ਪੈਸੇ ਆ ਮਾਲਕ ਦੇ ਖਾਤੇ 'ਚ ਜਾਣਗੇ। ਜਿਹੜੇ ਛੋਟੇ ਕਾਸ਼ਤਕਾਰ ਹੈ ਉਹਨਾਂ ਨੂੰ ਫਿਰ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪੈਸੇ ਮਾਲਕ ਪਤਾ ਨਹੀਂ ਕਿੰਨੇ ਦੇਵੇ ਨਾ ਦੇਵੇ। ਕਿਤੇ ਨਾ ਕਿਤੇ ਇਹ ਨਹੀਂ ਕਿ ਹਰ ਕੋਈ ਪਰਸਨ ਐਵੇਂ ਦਾ ਕਰ ਸਕਦਾ ਹੈ, ਹੋ ਸਕਦਾ ਕੁਝ ਕੁ ਕੇਸਾਂ ਦੇ ਵਿੱਚ ਜਿਹੜੀ ਏਦਾਂ ਦੀ ਸਮੱਸਿਆ ਆਵੇ। ਫਿਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਬਾਹਰ ਚਲੇ ਜਾਂਦੇ ਆ ਔਰ ਜ਼ਮੀਨ ਆ ਠੇਕੇ ਤੇ ਦੇ ਕੇ ਜਾਂਦੇ ਆ, ਉੱਥੇ ਵੀ ਸਮੱਸਿਆ ਆਉਣੀ ਆ ਕਿਉਂਕਿ ਜਿਹੜੀ ਪੈਸੇ ਆ ਉਹਨਾਂ ਦੇ ਖਾਤੇ 'ਚ ਆਉਣੇ ਆ, ਜਾਂ ਤਾਂ ਉਹਨਾਂ ਨੂੰ ਇੰਡੀਆ ਆਉਣਾ ਪਿਆ ਕਰੂਗਾ ਜਾਂ ਉੱਥੋਂ ਹੀ ਉਹਨਾਂ ਨੂੰ ਜਿਹੜੇ ਕਾਸ਼ਤਕਾਰ ਆ ਉਹਨਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਨੇ ਪੈਣਗੇ। ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜੇ ਕਾਸ਼ਤਕਾਰ ਹੈ ਤੇ ਜ਼ਮੀਨ ਦਾ ਮਾਲਕ ਹੈ ਉਹਦੇ ਵਿੱਚ ਵੀ ਕਹਿ ਲਓ ਕਿ ਇੱਕ ਭੰਬਲ ਭੂਸਾ ਜਿਹਾ ਬਣਿਆ ਰਹੂਗਾ ਕਿਉਂਕਿ ਉਹਨਾਂ ਦਾ ਕੰਮ ਵੀ ਇੱਕ ਤਰੀਕੇ ਨਾਲ ਕਹਿ ਲਓ ਵੱਧ ਜਾਊਗਾ। ਬਿਲਕੁਲ ਉਹੀ ਹੈ ਕਿ ਜਿਵੇਂ ਪੰਜਾਬ ਸਰਕਾਰ, ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਆ ਆੜਤੀਆਂ ਦੇ ਜ਼ਰੀਏ ਹੀ ਹੋਣੀ ਚਾਹੀਦੀ ਹੈ, ਕੇਂਦਰ ਤੋਂ ਮੰਗ ਵੀ ਕੀਤੀ ਗਈ ਸੀ, ਪਰ ਜਿਹੜੀ ਆ ਕੇਂਦਰ ਨੇ ਵੀ ਜਿਹੜੀ ਆ ਉਹਨਾਂ ਦੀ ਕਹਿ ਲਓ ਕਿ ਸੁਣਵਾਈ ਨਹੀਂ ਕੀਤੀ। ਬਿਲਕੁਲ ਉਹਨਾਂ ਵੱਲੋਂ ਮੰਗ ਨਹੀਂ ਕਰਾਈ ਗਈ ਹੈ। ਪਰ ਉੱਥੇ ਕਹਿ ਲਓ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਆੜਤੀਆਂ ਤੇ ਕਿਸਾਨਾਂ ਦੇ ਵਿਚਾਲੇ ਵੀ ਜਿਹੜੀਆਂ ਤਕਰਾਰ ਵੀ ਵੱਧ ਸਕਦਾ ਹੈ। ਬਿਲਕੁਲ। ਔਰ ਪ੍ਰਦੀਪ, ਜੇਕਰ ਇਸ ਤਰ੍ਹਾਂ ਹੁੰਦਾ ਤਾਂ ਮੈਨੂੰ ਲੱਗਦਾ ਆੜਤੀਆਂ ਦਾ ਜਿਹੜਾ ਕੰਮ ਹੈ ਜਾਂ ਆੜਤੀਆਂ ਦਾ ਜਿਸ ਤਰ੍ਹਾਂ ਕਿ ਜੱਟ ਉਹਦੇ ਤੇ ਡਿਪੈਂਡ ਕਰਦਾ ਕਈ ਵਾਰੀ ਪੈਸੇ ਲੈਣ ਲਈ, ਤੇ ਉਹ ਜਿਹੜਾ ਇੱਕ ਰਿਸ਼ਤਾ ਏ ਉਹ ਵੀ ਖਤਮ ਹੋ ਜਾਊਗਾ। ਤੇ ਇਨ ਬਿਟਵੀਨ ਅਗਰ ਛੋਟੇ ਕਾਸ਼ਤਕਾਰਾਂ ਨੂੰ ਕਿਤੇ ਪੈਸੇ ਦੀ ਲੋੜ ਪੈਂਦੀ ਹੈ ਤਾਂ ਪੈਸਾ ਲੈਣ ਲਈ ਵੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਬਿਲਕੁਲ। ਉੱਥੇ ਹੀ ਰਾਜਵਿੰਦਰ, ਆਪਾਂ ਜੇ ਹੁਣ ਦੂਸਰੀ ਖਬਰ ਦੀ ਗੱਲ ਕਰੀਏ ਤਾਂ ਇਹ ਜਿਹੜੀ ਆ ਲੋਕਡਾਊਨ ਤੋਂ ਡਰੋ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜੀ ਆ ਘਰ ਦੀ ਵਾਪਸੀ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ। ਬਿਲਕੁਲ ਪ੍ਰਦੀਪ, ਕਿਉਂਕਿ ਦੇਖੋ ਪਿਛਲੇ ਸਾਲ ਵੀ ਜਦੋਂ ਲੋਕਡਾਊਨ ਲੱਗਿਆ ਸੀ ਤਾਂ ਮੈਨੂੰ ਲੱਗਦਾ ਮਾਰਚ ਦਾ ਮਹੀਨਾ ਸੀਗਾ, ਤੇ ਉਦੋਂ ਵੀ ਜਦੋਂ ਇੱਕਦਮ ਹੀ ਲੋਕਡਾਊਨ ਲੱਗ ਗਿਆ ਤਾਂ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੂੰ ਟਾਈਮ ਵੀ ਨਹੀਂ ਦਿੱਤਾ ਗਿਆ ਕਿ ਉਹ ਘਰ ਵਾਪਸ ਚਲੇ ਜਾਣ। ਔਰ ਉਸ ਸਮੇਂ ਦੇ ਵਿਚਕਾਰ ਉਹਨਾਂ ਦੀ ਇੰਨੀ ਕੁ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈ, ਜਿਵੇਂ ਬੱਸ ਸਟੈਂਡ ਤੇ ਫਸ ਜਾਂਦੇ ਆ, ਰੇਲਵੇ ਸਟੇਸ਼ਨਾਂ ਤੇ ਫਸੇ ਹੋਏ ਦੇਖਦੇ ਆ। ਬਹੁਤ ਸਾਰੇ ਮਜ਼ਦੂਰ ਆਪਾਂ ਦੇਖਦੇ ਸੀ ਕਿ ਪੈਦਲ ਹੀ ਸਮਾਨ ਚੱਕ ਕੇ ਜਾ ਰਹੇ ਹੁੰਦੇ ਆ। ਤਾਂ ਉਸ ਡਰੋਂ ਉਹਨਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਦੇ ਆਸਾਰ ਹੈ ਕਰੋਨਾ ਨੂੰ ਲੈ ਕੇ, ਕਰੋਨਾ ਦੇ ਕੇਸ ਵੀ ਦਿਨ ਬ ਦਿਨ ਵੱਧਦੇ ਜਾਂਦੇ ਆ, ਤਾਂ ਉਹਨਾਂ ਨੂੰ ਲੱਗਦਾ ਕਿ ਕਿਤੇ ਫਿਰ ਜਿਹੜਾ ਲੋਕਡਾਊਨ ਨਾ ਲੱਗ ਜੇ, ਤਾਂ ਉਹਨਾਂ ਨੇ ਪਹਿਲਾਂ ਹੀ ਸੋਚਿਆ ਕਿ ਖੱਜਲ ਖੁਆਰੀ ਨਾਲੋਂ ਵਾਪਸ ਜਿਹੜਾ ਉਹਦੇ ਦੇਸ਼ ਪਰਤਿਆ ਜਾਵੇ। ਪਰ ਦੇਖੋ ਮਜ਼ਦੂਰਾਂ ਦੇ ਜਿਸ ਤਰ੍ਹਾਂ ਕਿ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ, ਇੱਥੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਏ ਕਿਉਂਕਿ ਉਹਨਾਂ ਨੂੰ ਹੁਣ ਮੰਡੀ 'ਚ ਜਿਹੜੀ ਹੈਗੀ ਆ, ਮੰਡੀ 'ਚ ਵੀ ਉਹਨਾਂ ਨੂੰ ਲੇਬਰ ਦੀ ਜ਼ਰੂਰਤ ਹੈ, ਕਣਕ ਦੀ ਫਸਲ ਦੀ ਕਟਾਈ ਲਈ ਵੀ ਲੇਬਰ ਦੀ ਜ਼ਰੂਰਤ ਹੈ, ਉਸ ਤੋਂ ਬਾਅਦ ਝੋਨਾ ਲੱਗਣਾ ਉਹਦੇ ਲਈ ਵੀ ਲੇਬਰ ਦੀ ਜ਼ਰੂਰਤ ਆ। ਇੱਥੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੂਸਰਾ ਆਪਾਂ ਦੇਖਦੇ ਹਾਂ ਕਿ ਜਿਹੜਾ ਫੈਕਟਰੀ ਏਰੀਆ ਉੱਥੇ ਬਹੁਤ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰੀ ਕੰਮ ਕਰਦੇ ਆ, ਤੇ ਉਹਨਾਂ ਦੇ ਚਲੇ ਜਾਣ ਨਾਲ ਜਿਹੜਾ ਫੈਕਟਰੀਆਂ ਦਾ ਕੰਮ ਹੈ, ਜਿਹੜੀ ਉਹਨਾਂ ਦੀ
ਪ੍ਰੋਡਕਸ਼ਨ ਹੈ ਉਹ ਵੀ ਰੁਕ ਜੂਗੀ, ਉਹ ਵੀ ਪ੍ਰਭਾਵਿਤ ਹੋਊਗੀ। ਬਿਲਕੁਲ ਜਿਵੇਂ ਆਪਾਂ ਪਹਿਲਾਂ ਦੀ ਗੱਲ ਕਰੀਏ, ਜਿਵੇਂ ਪਿਛਲੇ ਸਾਲ ਜਿਹੜਾ ਲੋਕਡਾਊਨ ਲੱਗਿਆ ਸੀ ਤਾਂ ਉਸ ਦੇ ਨਾਲ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਹੁਣ ਜੇ ਵਾਢੀ ਦਾ ਜਿਹੜਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤਾਂ ਕਿਸਾਨਾਂ ਦੇ ਨਾਲ ਹੋਰ ਵਰਗਾਂ ਦੇ ਵੀ ਜਿਹੜਾ ਪ੍ਰਭਾਵਿਤ ਹੋ ਸਕਦੇ ਨੇ, ਕਿਉਂਕਿ ਇਸ ਦੇ ਨਾਲ ਕਹਿ ਲਓ ਕਿ ਜਿਹੜੇ ਬਹੁਤ ਸਾਰੇ ਮਜ਼ਦੂਰ ਨੇ ਜਿਹੜੇ ਆ ਉਹ ਫੈਕਟਰੀਆਂ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਪਰ ਉੱਥੇ ਹੀ ਜਿਵੇਂ ਕਹਿ ਲਓ ਕਿ ਜਿਵੇਂ ਲਗਾਤਾਰ ਕਰੋਨਾ ਮਹਾਮਾਰੀ ਦੇ ਕੇਸਿਸ ਵੱਧ ਰਹੇ ਨੇ ਤਾਂ ਇਸ ਦੇ ਨਾਲ ਜਿਹੜਾ ਸਥਿਤੀ ਵੀ ਜਿਹੜੀ ਆ ਲੋਕਡਾਊਨ ਵੱਲ ਜਾ ਰਹੀ ਹੈ। ਪਰ ਅਜੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਥੋੜੇ ਬਹੁਤ ਘਬਰਾਏ ਹੋਏ ਨੇ ਕਿ ਸਰਕਾਰ ਜੇਕਰ ਲੋਕਡਾਊਨ ਲਗਾਉਂਦੀ ਹੈ ਤਾਂ ਉਹਨਾਂ ਨੂੰ ਜਿਹੜਾ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਔਰ ਆਪਾਂ ਪ੍ਰਦੀਪ ਦੇਖਿਆ ਸੀ ਕਿ ਪਿਛਲੇ ਸਾਲ ਹੋਇਆ ਵੀ ਸੀ, ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਵੀ ਹੋਇਆ ਸੀ, ਕਿਉਂਕਿ ਮੈਨੂੰ ਲੱਗਦਾ ਲੋਕਡਾਊਨ ਦੇ 3-4 ਮਹੀਨੇ ਬਾਅਦ ਸਰਕਾਰ ਨੇ ਪ੍ਰਬੰਧ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਦੇਸ਼ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਇਸ ਸਮੇਂ ਦੇ ਵਿੱਚ ਜਿਵੇਂ ਇੱਕ ਜਗ੍ਹਾ ਤੇ ਬਹੁਤ ਸਾਰੇ ਮਜ਼ਦੂਰ ਇਕੱਠੇ ਹੋ ਕੇ ਰਹਿੰਦੇ ਸੀ, ਖਾਣੇ ਦੀ ਮੁਸ਼ਕਲ ਆ ਰਹੀ ਸੀ, ਕੰਮ ਉਹਨਾਂ ਕੋਲ ਹੈਗਾ ਨਹੀਂ ਸੀ, ਉਹਨਾਂ ਨੂੰ ਹੁਣ ਵੀ ਲੱਗਦਾ ਕਿ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਾਹਮਣਾ ਨਾ ਕਰਨਾ। ਜੀ ਬਿਲਕੁਲ ਰਾਜਵਿੰਦਰ, ਉੱਥੇ ਹੀ ਜੇ ਹੁਣ ਆਪਾਂ ਅਗਲੀ ਖਬਰ ਤੇ ਨਿਗਾਹ ਮਾਰੀਏ, ਕਿਸਾਨ ਮਹਾਪੰਚਾਇਤ ਨੂੰ ਲੈ ਕੇ ਜੁੜੀ ਹੋਈ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਨਾ ਕਰਨ ਵਾਲੇ ਆਗੂਆਂ ਨੂੰ ਭਵਿੱਖ ਦੇ ਵਿੱਚ ਵੋਟ ਨਾ ਪਾਈ ਜਾਵੇ। ਇਹ ਸਾਡੇ ਜਿਹੜੇ ਗੁਰਨਾਮ ਸਿੰਘ ਚਡੂਨੀ ਨੇ, ਕਿਸਾਨ ਆਗੂ ਨੇ, ਉਹ ਕਹਿੰਦੇ ਜਿਹੜੇ ਨਜ਼ਰ ਆ ਰਹੇ ਨੇ। ਬੀਤੇ ਦਿਨੀ ਜਿਹੜੀ ਇਹਨਾਂ ਦੇ ਵੱਲੋਂ ਬਟਾਲਾ ਦੇ ਵਿੱਚ ਜਿਹੜੀ ਆ ਮਹਾਪੰਚਾਇਤ ਕੀਤੀ ਗਈ ਸੀ। ਬਿਲਕੁਲ ਪ੍ਰਦੀਪ, ਦੇਖੋ ਇੱਕ ਪਾਸੇ ਜਿੱਥੇ ਦਿੱਲੀ ਬਾਰਡਰ ਤੇ ਸਾਡੇ ਜਿਹੜੇ ਕਿਸਾਨ ਆ ਸੰਘਰਸ਼ ਕਰ ਰਹੇ ਆ, ਉੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਵੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਹੈਗੇ ਆ ਲੋਕ ਹੋਰ ਜਾਗਰੂਕ ਹੋਣ ਖੇਤੀ ਕਾਨੂੰਨਾਂ ਨੂੰ ਲੈ ਕੇ। ਅਗਰ ਗੁਰਨਾਮ ਸਿੰਘ ਚੜੂਨੀ ਉਹਨਾਂ ਨੇ ਕਿਹਾ ਹੈ ਕਿ ਸਿੱਧਾ ਉਹਨਾਂ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ। ਦੂਸਰਾ, MSP ਲਾਗੂ ਕਰਵਾ ਕੇ ਹੀ ਅਸੀਂ ਦਿੱਲੀ ਮੋਰਚਾ ਖਤਮ ਕਰਕੇ ਆਵਾਂਗੇ। ਨਾਲ ਹੀ ਉਹਨਾਂ ਨੇ ਕਿਸਾਨ ਕਹਿ ਲਓ, ਲੋਕ ਕਹਿ ਲਓ, ਮਜ਼ਦੂਰ ਵਰਗ ਕਹਿ ਲਓ, ਆਮ ਲੋਕ ਕਹਿ ਲਓ, ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ BJP ਨੂੰ ਬਿਲਕੁਲ ਵੀ ਵੋਟ ਨਾ ਪਾਈ ਜਾਵੇ, ਕਿਸੇ ਵੀ BJP ਆਗੂ ਦਾ ਜਹਾਜ਼ ਹੈ ਜਿਹੜਾ ਗੁਰਦਾਸਪੁਰ ਦੇ ਵਿੱਚ ਨਾ ਉਤਰਨ ਦਿੱਤਾ ਜਾਵੇ। ਔਰ ਇੱਥੇ ਉਹਨਾਂ ਨੇ ਹਰਿਆਣੇ ਦੇ ਲੋਕਾਂ ਦੀ ਉਦਾਹਰਨ ਦਿੱਤੀ ਆ ਕਿ ਹਰਿਆਣੇ ਦੇ ਲੋਕ ਬੇਸ਼ੱਕ ਉੱਥੇ BJP ਦੀ ਸਰਕਾਰ ਹੈ ਪਰ ਉਹ ਕਿਸੇ ਵੀ ਆਗੂ ਦਾ ਜਹਾਜ਼ ਹਰਿਆਣੇ 'ਚ ਉਤਰ ਨਹੀਂ ਦੇ ਰਹੇ। ਤੇ ਸਾਨੂੰ ਜਿਸ ਤਰ੍ਹਾਂ ਕਿ ਉਹਨਾਂ ਦੇ ਵਿੱਚ ਇੱਕ ਕਿਸਾਨੀ ਖੇਤੀ ਕਾਨੂੰਨਾਂ ਨੂੰ ਲੈ ਕੇ ਏਕਤਾ ਹੈਗੀ ਆ ਜਾਂ ਉਹਨਾਂ ਦੇ ਵਿੱਚ ਇੱਕ ਉਹ ਸੰਘਰਸ਼ ਨੂੰ ਲੈ ਕੇ ਚੱਲ ਰਹੇ ਆ, ਤਾਂ ਉਸ ਤਰ੍ਹਾਂ ਦਾ ਜਜ਼ਬਾ ਜਿਹੜਾ ਸਾਡੇ ਕਿਸਾਨਾਂ ਦੇ ਵਿੱਚ ਵੀ ਹੋਣਾ ਚਾਹੀਦਾ, ਫੇਰ ਹੀ ਅਸੀਂ ਜਿਹੜਾ ਇਸ ਸੰਘਰਸ਼ ਨੂੰ ਲੈ ਕੇ ਸਫਲ ਹੋਵਾਂਗੇ। ਬਿਲਕੁਲ, ਜੇ ਆਪਾਂ ਇਹਨਾਂ ਨੂੰ ਸਿਆਸੀ ਕਹਿ ਲਓ ਕਿ ਰੈਲੀਆਂ ਨਾਲ ਜੋੜਿਆ ਜਾਵੇ, ਜਿਵੇਂ ਵੱਖ-ਵੱਖ ਪਾਰਟੀਆਂ ਜਿਹੜੀਆਂ ਸਿਆਸਤ ਰੈਲੀਆਂ ਕਰ ਰਹੀਆਂ ਨੇ, ਪਰ ਉਹਨਾਂ ਦੇ ਵਿੱਚ ਵੀ ਦੇਖੋ ਵੱਧ ਚੜ ਕੇ ਲੋਕ ਜਿਹੜੇ ਆ ਪਹੁੰਚ ਰਹੇ ਨੇ। ਪਰ ਇੱਥੇ ਸਵਾਲ ਵੀ ਕਰਨੇ ਬਣਦੇ ਨੇ ਕਿ ਜੇਕਰ ਅਸੀਂ ਇੱਕ ਪਾਸੇ ਤਾਂ ਉਹਨਾਂ ਨੂੰ ਕਹਿ ਲਓ ਕਿ ਆਪਣੀ ਸਟੇਜ ਤੇ ਬੋਲਣ ਨਹੀਂ ਦਿੰਦੇ, ਦੂਸਰੇ ਪਾਸੇ ਇਹ ਹੈ ਕਿ ਅਸੀਂ ਉਹਨਾਂ ਦੀ ਰੈਲੀਆਂ ਦੇ ਵਿੱਚ ਖੁਦ ਜਾ ਰਹੇ ਹਾਂ, ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜਾਂ ਕਹਿ ਲਓ ਕਿ ਸਾਨੂੰ ਅਜਿਹੇ ਕਦਮ ਨਹੀਂ ਚੁੱਕਣੇ ਚਾਹੀਦੇ ਜਿਸ ਦੇ ਨਾਲ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਖਤਰੇ ਦੇ ਵਿੱਚ ਹੋਵੇ। ਬਿਲਕੁਲ ਜੀ, ਔਰ ਦੇਖੋ ਜਿਹੜਾ ਕਿਸਾਨ ਸੰਘਰਸ਼ ਹੈ ਇਹਦਾ ਲੈ ਕੇ ਸ਼ਾਂਤੀ ਨੂੰ ਚੱਲ ਰਿਹਾ, ਤਾਂ ਕਿਸਾਨ ਸੰਘਰਸ਼ ਦੇ ਚੱਲਦਿਆਂ ਜਿਹੜਾ ਵੀ ਕੰਮ ਕਰਨਾ ਹੈ, ਜਿਹੜੀ ਵੀ ਪਾਲਿਸੀ ਬਣਾਉਣੀ ਹੈ, ਜਿਵੇਂ ਵੀ ਕਿਤੇ ਮਹਾਪੰਚਾਇਤ ਕਰਨੀ ਹੈ ਜਾਂ ਅਗਲੇ ਟਾਈਮ ਦੇ ਲਈ ਪਾਲਿਸੀਜ਼ ਹੈ, ਮੈਨੂੰ ਲੱਗਦਾ ਸਾਰਾ ਕੁਝ ਸ਼ਾਂਤੀ ਨਾਲ ਹੀ ਹੋਣਾ ਚਾਹੀਦਾ ਤਾਂ ਕਿ ਜਿਹੜਾ ਹੁਣ ਤੱਕ ਸੰਘਰਸ਼ ਕੀਤਾ ਹੈ ਇਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੈਗੇਟਿਵ ਇਫੈਕਟ ਨਾ ਪਵੇ। ਜੀ ਬਿਲਕੁਲ ਰਾਜਵਿੰਦਰ, ਉੱਥੇ ਹੀ ਆਪਾਂ ਜੇ ਅਗਲੀ ਖਬਰ ਤੇ ਨਿਗਾਹ ਮਾਰਦੇ ਹਾਂ ਜੋ ਕਿ ਜਗਬਾਣੀ ਪੇਜ ਤੇ ਲੱਗੀ ਹੋਈ ਹੈ। ਚੋਣ ਰੈਲੀਆਂ ਦੌਰਾਨ ਮਾਸਕ ਜ਼ਰੂਰੀ ਕਿਉਂ ਨਹੀਂ ਹੈ? ਇਹ ਜਿਹੜਾ ਕਹਿ ਲਓ ਕਿ ਵੱਖ-ਵੱਖ ਦਿੱਲੀ ਹਾਈ ਕੋਰਟ ਨੇ ਵੱਖ-ਵੱਖ ਸੂਬਿਆਂ 'ਚ ਜਾਰੀ ਚੋਣ ਦੌਰਾਨ ਪ੍ਰਚਾਰ 'ਚ ਸ਼ਾਮਿਲ ਹੋਏ ਨੇ ਉਸ ਤੇ ਕਿਹਾ। ਬਿਲਕੁਲ, ਦੇਖੋ ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਇਹ ਸਵਾਲ ਕੀਤਾ ਕਿ ਚੋਣ ਰੈਲੀਆਂ ਦੌਰਾਨ ਮਾਸਕ ਜ਼ਰੂਰੀ ਕਿਉਂ ਨਹੀਂ ਹੈ, ਕਿਉਂਕਿ ਜਨਹਿਤ ਪਟੀਸ਼ਨ ਕਿਸੇ ਨੇ ਪਾਈ ਸੀ ਕਿ ਆਮ ਲੋਕਾਂ ਨੂੰ ਤਾਂ ਤੁਸੀਂ ਕਹਿ ਰਹੇ ਹੋ ਕਰੋਨਾ ਦਾ ਡਰ ਦੇ ਕੇ ਕਹਿ ਰਹੇ ਹੋ ਕਿ ਈਵਨ ਕਿ ਇਕੱਲਾ ਬੰਦਾ ਕਾਰ 'ਚ ਹੋਵੇ ਤਾਂ ਵੀ ਮਾਸਕ ਪਾਉਣਾ, ਜੇ ਤੁਸੀਂ ਫੈਮਿਲੀ ਨਾਲ ਜਾ ਰਹੇ ਹੋ ਕਾਰ 'ਚੋਂ ਫਿਰ ਵੀ ਮਾਸਕ ਪਾਉਣਾ। ਹਰ ਜਗ੍ਹਾ ਤੇ ਇਹੀ ਕਿਹਾ ਜਾਂਦਾ ਹੈ ਕਿ ਮਾਸਕ ਪਾਓ, ਸੋਸ਼ਲ ਦੂਰੀ ਬਣਾ ਕੇ ਰੱਖੋ, ਪਰ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਸਿਆਸੀ ਰੈਲੀਆਂ ਦੇ ਵਿੱਚ ਨਾ ਤਾਂ ਕੋਈ ਮਾਸਕ ਪਾਇਆ ਹੁੰਦਾ, ਨਾ ਕੋਈ ਸੋਸ਼ਲ ਜਿਹੜੀ ਆ ਸਮਾਜਿਕ ਦੂਰੀ ਆ ਉਹ ਬਣਾ ਕੇ ਰੱਖੀ ਹੁੰਦੀ ਹੈ। ਇੱਥੇ ਦਿੱਲੀ ਹਾਈ ਕੋਰਟ 'ਚ ਕਿਸੇ ਨੇ ਪਟੀਸ਼ਨ ਪਾਈ ਸੀ ਤਾਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਹ ਸਵਾਲ ਕੀਤਾ ਕਿ ਚੋਣ ਰੈਲੀਆਂ 'ਚ ਮਾਸਕ ਪਾਉਣਾ ਜ਼ਰੂਰੀ ਕਿਉਂ ਨਹੀਂ ਹੈ, ਕਿਉਂਕਿ ਇੰਨੇ ਲੋਕਾਂ ਦਾ ਇਕੱਠ ਹੈ, ਜਦੋਂ ਕਰੋਨਾ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਫੋਲੋ ਨਹੀਂ ਕਰਦੇ ਤਾਂ ਉਹ ਵੀ ਕਿਤੇ ਨਾ ਕਿਤੇ ਕਰੋਨਾ ਨੂੰ ਵਧਾਉਣ ਦੇ ਵਿੱਚ ਮੋਹਰੀ ਹੋਣਗੇ, ਕਿਉਂਕਿ ਆਪਾਂ ਪਹਿਲਾਂ ਹੀ ਦੇਖਦੇ ਹਾਂ ਕਿ ਹਾਲਾਤ ਇੱਦਾਂ ਦੇ ਹੋ ਚੁੱਕੇ ਆ। ਨਾਈਟ ਕਰਫਿਊ ਲੱਗ ਚੁੱਕਾ ਹੈ, ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਹੈ ਫਿਰ ਬੰਦ ਹੋ ਗਿਆ, ਕਿਉਂਕਿ ਨਾਈਟ ਕਰਫਿਊ ਕੁਝ ਲੋਕਾਂ ਦਾ ਕੰਮ ਹੈ ਜਿਹੜਾ ਦੇਰ ਰਾਤ ਤੱਕ ਚੱਲਦਾ ਸੀ ਉਹ ਵੀ ਬੰਦ ਹੋ ਚੁੱਕਿਆ।
ਬਿਲਕੁਲ ਅਜਿਹੇ ਦੇ ਵਿੱਚ ਜਿਵੇਂ ਲਾਪਰਵਾਹੀ ਕੋਈ ਵੀ ਹੁੰਦੀ ਹੈ ਤਾਂ ਕਹਿ ਲਓ ਕਿ ਭੁਗਤਣਾ ਦੂਜਿਆਂ ਨੂੰ ਪੈਂਦਾ ਆਮ ਲੋਕਾਂ ਨੂੰ ਪੈਂਦਾ, ਬਿਲਕੁਲ। ਤੇ ਅਜਿਹੇ ਸਾਨੂੰ ਵੀ ਚਾਹੀਦਾ ਹੈ ਕਿ ਜੇ ਅਸੀਂ ਬਾਹਰ ਨਿਕਲ ਰਹੇ ਹਾਂ ਤਾਂ ਮਾਸਕ ਵੀ ਪਾਉਣਾ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨੂੰ ਆਪਾਂ ਜੇ ਕਰੋਨਾ ਮਹਾਮਾਰੀ ਨਾਲ ਨਾ ਜੋੜੀਏ, ਜੇ ਆਪਾਂ ਦੇਖੀਏ ਕਿ ਜਿਹੜਾ ਹਵਾ ਪ੍ਰਦੂਸ਼ਣ ਵੀ ਦਿਨੋਂ ਦਿਨ ਵੱਧ ਰਿਹਾ ਆ ਤੇ ਅਜਿਹੇ ਦੇ ਵਿੱਚ ਸਾਨੂੰ ਜਿਹੜੀ ਆ ਆਪਣੀ ਖੁਦ ਹੀ ਜਿਹੜੀ ਆ ਸੁਰੱਖਿਆ ਕਰਨੀ ਬਣਦੀ ਹੈ। ਬਿਲਕੁਲ, ਦੇਖੋ ਜੇ ਸਰਕਾਰ ਨੇ ਨਿਯਮ ਬਣਾਏ ਆ ਤਾਂ ਮੈਨੂੰ ਲੱਗਦਾ ਸਾਡੀ ਸੇਫਟੀ ਲਈ ਬਣਾਏ ਆ। ਜਿਸ ਤਰ੍ਹਾਂ ਕਿ ਹੁਣ ਕਾਫੀ ਹੱਦ ਤੱਕ ਜਿਹੜੇ ਕਰੋਨਾ ਦੇ ਰੋਜ਼ ਨਵੇਂ ਕੇਸ ਆਉਂਦੇ ਆ, ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ। ਉੱਥੇ ਹੀ ਪ੍ਰਧਾਨ ਮੰਤਰੀ ਨੇ ਵੀ ਕਿਹਾ ਹੈ ਕਿ ਜਿਹੜੀ ਕਰੋਨਾ ਦੀ ਟੈਸਟਿੰਗ ਹੈ ਜਾਂ ਜਿਹੜਾ ਟੀਕਾਕਰਨ ਆ ਉਹਨੂੰ ਤੇਜ਼ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਔਰ ਜਿੰਨਾ ਸਾਡਾ ਯੋਗਦਾਨ ਬਣਦਾ ਸਾਨੂੰ ਜ਼ਰੂਰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਜਿਹੜੇ ਨਿਯਮ ਬਣਾਏ ਗਏ ਆ ਉਹਨਾਂ ਨੂੰ ਲਾਗੂ ਕੀਤਾ ਗਿਆ, ਸਾਨੂੰ ਵੀ ਉਹ ਨਿਯਮ ਮੰਨਣੇ ਚਾਹੀਦੇ ਆ ਤਾਂ ਕਿ ਜਿਹੜਾ ਕਰੋਨਾ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕੇ, ਇਹਨੂੰ ਵਧਣ ਤੋਂ ਰੋਕਿਆ ਜਾ ਸਕੇ। ਬਿਲਕੁਲ, ਤੇ ਮੈਨੂੰ ਲੱਗਦਾ ਹੁਣ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਜਿਹੜੀਆਂ ਹੋਰ ਖਬਰਾਂ ਤੇ ਚਰਚਾ ਕਰੀਏ। ਬਿਲਕੁਲ ਜੀ, ਔਰ ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਕੁਝ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਤੁਸੀਂ ਜੁੜੇ ਰਹੋ ਵੌਇਸ ਆਫ ਪੰਜਾਬ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।